हाँ जी, लास्ट ਲੈਕਚਰ 'ਚ ਆਪਾਂ ਸੈਕਸ਼ਨ ਨੂੰ ਡਿਸਕਸ ਕਰ ਰਹੇ ਸੀਗੇ ਕਿ ਜੇ ਸੈਕਸ਼ਨ ਆਪਾਂ ਡਰਾ ਕਰਨਾ ਹੈ ਤਾਂ ਸੈਕਸ਼ਨ ਲਾਈਨ ਤੋਂ ਬਾਅਦ ਆਪਾਂ ਕਿਵੇਂ ਉਹਦੀ ਪ੍ਰੋਜੈਕਸ਼ਨਸ ਲੈਣੀਆਂ ਨੇ ਔਰ ਹੋਰੀਜ਼ੋਨਟਲ ਲੈਵਲਸ ਕਿਵੇਂ ਆਪਾਂ ਪਹਿਲਾਂ ਪ੍ਰੀ ਡਿਸਾਈਡ ਕਰ ਲੈਣੇ ਨੇ ਤਾਂ ਕਿ ਸਾਨੂੰ ਜਿਹੜਾ ਸੈਕਸ਼ਨ ਬਣਾਉਣ 'ਚ ਥੋੜਾ ਆਸਾਨੀ ਹੋਵੇ ਔਰ ਇਹ ਜਿਹੜੇ ਲੈਵਲਸ ਨੇ ਤੁਹਾਡੇ ਪਲਾਨ 'ਚ ਕਿੱਦਾਂ ਰਿਫਲੈਕਟ ਹੋਣਗੇ, ਆਪਾਂ ਕਿਸ ਤਰੀਕੇ ਦੇ ਨਾਲ ਉਹਦੇ ਫਿਨਿਸ਼ ਫਲੋਰ ਲੈਵਲਸ ਜਿਹੜੇ ਹੈ ਉਹ ਆਪਾਂ ਪਲਾਨ ਦੇ ਵਿੱਚ ਲਿਖਾਂਗੇ। ਠੀਕ ਹੈ, ਚਾਹੇ ਉਹ ਗਰਾਊਂਡ ਫਲੋਰ ਹੈ, ਚਾਹੇ ਫਸਟ ਫਲੋਰ ਹੈ, ਚਾਹੇ ਮਲਟੀ ਲੈਵਲ ਹੈ। ਸੋ ਉਹਨੂੰ ਆਪਾਂ ਕੰਟੀਨਿਊ ਕਰਦੇ ਹਾਂ। ਸੈਕਸ਼ਨ ਦੇ ਵਿੱਚ ਇੱਕ ਤਾਂ ਆਪਾਂ ਪਹਿਲਾਂ ਬੇਸਿਕ ਸਟਰਕਚਰ ਬਣਾ ਲਿਆ ਜਿਹਦੇ ਵਿੱਚ ਆਪਾਂ ਦੀਵਾਰਾਂ ਸਾਡੀਆਂ ਆ ਗਈਆਂ ਸਾਰੀਆਂ ਔਰ ਦੈਨ ਅਸੀਂ ਸਲੈਬ ਪਾ ਦਿੱਤੀਆਂ। ਦੈਨ ਅਸੀਂ ਇਹਦੀ ਡਿਟੇਲ ਆਊਟ ਕਰਨੀ ਹੈ। ਅਗਰ ਤੁਸੀਂ AutoCAD ਦੇ ਵਿੱਚ ਕੰਮ ਕਰ ਰਹੇ ਜਾਂ ਵੈਸੇ ਵੀ ਸ਼ੀਟਸ 'ਤੇ ਕੰਮ ਕਰ ਰਹੇ ਤਾਂ ਆਪਾਂ ਇਹ 'ਚ ਡਿਟੇਲਿੰਗ ਹੋਰ ਪਾ ਸਕਦੇ ਹਾਂ ਤਾਂ ਕਿ ਜਿਹੜਾ ਸੈਕਸ਼ਨ ਦੇ ਵਿੱਚ ਹੋਰ ਡਿਟੇਲਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਆਉਣੀਆਂ ਚਾਹੀਦੀਆਂ ਨੇ ਉਹ ਆ ਜਾਣ ਔਰ ਆਪਣਾ ਸੈਕਸ਼ਨ ਕੰਪਲੀਟ ਹੋ ਜਾਵੇ। ਸੋ ਇਹਦੇ ਵਿੱਚ ਇੱਕ ਆਪਾਂ ਤਰੀਕਾ ਦੇਖ ਸਕਦੇ ਹਾਂ ਕਿ ਜਿਹਦੇ ਵਿੱਚ ਨਾ ਆਪਾਂ 2 ਸਕਰੀਨਸ ਜਾਂ 4 ਸਕਰੀਨ ਜਿੰਨੀਆਂ ਵੀ ਸਕਰੀਨਸ ਆਪਾਂ ਇਹਦੀਆਂ ਮਾਡਲ ਸਪੇਸ ਦੇ ਅੰਦਰ ਕਰ ਸਕਦੇ ਹਾਂ। ਸੋ ਉਹਦੇ ਲਈ ਤੁਹਾਨੂੰ ਇੱਥੇ ਜਿਹੜਾ ਇਹ ਟੈਬ ਹੈਗਾ ਇਹਦੇ ਵਿੱਚ ਵਿਊ ਟੈਬ ਦੇ ਅੰਦਰ ਜਾ ਕੇ ਵਿਊ ਪੋਰਟ ਦੇ ਵਿੱਚ ਜਾ ਕੇ ਤੁਸੀਂ ਇਹਦਾ ਕਨਫੀਗਰੇਸ਼ਨ ਸਿਲੈਕਟ ਕਰ ਸਕਦੇ ਹੋ। ਫੋਰ ਐਗਜ਼ਾਮਪਲ ਮੈਂ 2 ਹੋਰੀਜ਼ੋਨਟਲ ਵਿਊ ਪੋਰਟ ਚਾਹੁੰਦਾ ਹੈ ਤੇ 2 ਵਿਊ ਪੋਰਟ ਆ ਜਾਣਗੇ। ਉਹਦੇ ਨਾਲ ਕੀ ਹੋ ਸਕਦਾ, ਉਹਦੇ ਨਾਲ ਮੈਂ ਪਲਾਨ ਉੱਪਰ ਅਲੱਗ ਦੇਖ ਸਕਦਾ ਹਾਂ ਔਰ ਜਿਹੜਾ ਸੈਕਸ਼ਨ ਨੀਚੇ ਡਿਟੇਲ ਆਊਟ ਅਲੱਗ ਕਰ ਸਕਦਾ। ਦੂਜਾ ਤਰੀਕਾ ਮੈਂ ਸੈਕਸ਼ਨ ਦੱਸਿਆ ਸੀਗਾ ਕਿ ਆਪਾਂ ਇਹਦੇ ਵਿੱਚ ਇੱਕ ਵਾਈਪ ਆਊਟ ਕਮਾਂਡ ਯੂਜ਼ ਕਰ ਸਕਦੇ ਹਾਂ ਤਾਂ ਕਿ ਸਾਡਾ ਬਾਕੀ ਸੈਕਸ਼ਨ ਲੁਕ ਜਾਵੇ। ਠੀਕ ਹੈ, ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਹ ਆਪਾਂ ਫਾਰਮੈਟ ਜਿਹੜਾ ਹੈ ਉਹਨੂੰ ਯੂਜ਼ ਕਰ ਲੈਂਦੇ ਹਾਂ। ਤਾਂ ਫਿਲਹਾਲ ਚਲੋ ਆਪਾਂ ਵਾਈਪ ਆਊਟ ਵੀ ਕਮਾਂਡ ਚਲਾਉਂਦੇ ਹਾਂ ਤੇ ਵਾਈਪ ਆਊਟ ਐਂਟਰ ਪੋਲੀਲਾਈਨ ਐਂਟਰ ਪੀ ਐਂਟਰ ਐਂਡ ਦੈਨ ਅਸੀਂ ਪੋਲੀਲਾਈਨ ਸਿਲੈਕਟ ਕਰ ਲੈਣਾ ਔਰ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਪਲਾਨ ਹੈ ਜਿਹੜਾ ਸਾਨੂੰ ਅਨਨੈਸੈਸਰੀ ਉਹ ਹਾਈਡ ਆਊਟ ਹੋ ਜਾਏਗਾ ਔਰ ਸਾਡਾ ਜਿਹੜੀ ਸੈਕਸ਼ਨ ਲਾਈਨ ਦੇ ਨਾਲ ਹੈ ਉਸ ਤੋਂ ਉੱਪਰ ਵਾਲਾ ਪਲਾਨ ਜਿਸ ਪਾਸੇ ਆਪਾਂ ਦੇਖ ਰਹੇ ਹਾਂ ਸਾਨੂੰ ਵਿਜ਼ੀਬਲ ਹੋ ਜਾਏਗਾ। ਸੋ ਇਹਦੇ ਵਿੱਚ ਹੁਣ ਡਿਟੇਲ ਆਊਟ ਦੀ ਗੱਲ ਕਰੀਏ ਤੇ ਜਦੋਂ ਆਪਾਂ ਇਸ ਪਾਸੇ ਦੇਖ ਰਹੇ ਹਾਂ ਸਾਨੂੰ ਆ ਲਾਈਨ ਇੱਕ ਦਿਖੇਗੀ ਇੱਥੇ ਦੀਵਾਰ ਦੀ। ਠੀਕ ਹੈ, ਸੋ ਇਹਦੀ ਆਪਾਂ ਪ੍ਰੋਜੈਕਸ਼ਨ ਲੈਣੀ ਹੈ। ਹੁਣ ਇੱਥੇ ਪ੍ਰੋਜੈਕਸ਼ਨ ਲਿੱਤੀ ਕਿਉਂਕਿ ਹੈ ਵਿਊ ਪੋਰਟ 2 ਨੇ ਬਟ ਡਰਾਇੰਗ ਇੱਕੋ ਹੀ ਹੈ ਤੇ ਇਹ ਲਾਈਨ ਤੁਹਾਨੂੰ ਇੱਥੇ ਨਾਲ ਦਿਖ ਜਾਏਗੀ। ਠੀਕ ਹੈ, ਸੋ ਇਹਦੇ ਵਿੱਚ ਵੀ ਇਹ ਸਾਰਾ ਡਰਾਇੰਗ ਉਹੀ ਹੈ ਸਾਰੀ, ਬਸ ਆਪਾਂ ਵਿਊ ਪੋਰਟ ਅਲੱਗ-ਅਲੱਗ ਬਣਾਏ ਹੋਏ ਨੇ। ਠੀਕ ਹੈ, ਔਰ ਦੂਜਾ ਦੇਖਣਾ ਹੈ ਗਰਾਊਂਡ ਫਲੋਰ ਹੈਗਾ ਤੇ ਗਰਾਊਂਡ ਫਲੋਰ ਦੀ ਦੀਵਾਰ ਇੱਥੇ ਆ ਗਈ, ਇਹਦਾ ਮਤਲਬ ਇੱਥੇ ਇੱਕ ਲਾਈਨ ਆਏਗੀ ਸਾਡੀ ਦੀਵਾਰ ਦੀ। ਸੋ ਆ ਜਿਹੜੀ ਲਾਈਨ ਹੈਗੀ ਹੈ ਇਹ ਇਸ ਤਰੀਕੇ ਦੇ ਨਾਲ ਇੱਥੇ ਆ ਜਾਏਗੀ। ਸੋ ਗਰਾਊਂਡ ਫਲੋਰ ਦੇ ਵਿੱਚ ਆ ਲਾਈਨ ਆ ਗਈ, ਇਹਨੂੰ ਆਪਾਂ ਇੱਕ ਜੋ ਵੀ ਕੋਈ ਲੇਅਰ ਹੈਗੀ ਹੈ ਤੁਹਾਡੀ ਫੋਰ ਐਗਜ਼ਾਮਪਲ ਮੈਂ ਆਪਣੀਆਂ ਲੇਅਰਸ ਦੇ ਵਿੱਚ ਐਲੀਵੇਸ਼ਨ 1 2 3 4 ਇਸ ਤਰੀਕੇ ਨਾਲ ਲਾਈਨਸ ਬਣਾ ਲੈਣਾ। ਤੁਹਾਡਾ ਆਪਣਾ ਆਪਣਾ ਫਾਰਮੈਟ ਹੋ ਸਕਦਾ। ਸੋ ਉਹਦੇ ਵਿੱਚ ਕੀ ਕਰਦੇ ਹਾਂ ਆਪਾਂ ਕਿ ਇਹ ਜਿਹੜਾ ਐਲੀਵੇਸ਼ਨ 1 ਹੈ ਐਜ਼ ਪਰ ਮੇਰੇ ਫਾਰਮੈਟ ਐਲੀਵੇਸ਼ਨ 1 ਜਿੰਨੀ ਅੱਗੇ ਹੈ ਉਨੀ ਐਲੀਵੇਸ਼ਨ ਦਾ ਨੰਬਰ ਜ਼ਿਆਦਾ ਹੈ, ਜਿੰਨੀ ਉਹ ਐਲੀਵੇਸ਼ਨ ਪਿੱਛੇ ਹੈ ਲਾਈਨ ਉਨੀ ਉਹਦਾ ਨੰਬਰ ਜ਼ਿਆਦਾ ਹੈ। ਠੀਕ ਹੈ, ਸੋ ਹਾਇਰ ਨੰਬਰ ਮਤਲਬ ਜਿੰਨਾ ਐਲੀਵੇਸ਼ਨ 4 ਹੈ ਦੂਰ ਹੈ, ਐਲੀਵੇਸ਼ਨ 1 ਲੱਗ ਗਿਆ। ਠੀਕ ਹੈ, ਹੁਣ ਜਿਹੜਾ ਜੇ ਆਪਾਂ ਇੱਥੋਂ ਪਲਾਨ ਦੇਖੀਏ ਤਾਂ ਇਮੀਡੀਏਟ ਆ ਲਾਈਨ ਹੈਗੀ ਹੈ, ਸੋ ਮੈਂ ਇਹਨੂੰ ਐਲੀਵੇਸ਼ਨ 1 ਦੇ ਵਿੱਚ ਪਾ ਦਿੰਦਾ। ਠੀਕ ਹੈ, ਇਹ ਸਿਰਫ ਮੇਰਾ ਤਰੀਕਾ ਹੈ, ਤੁਸੀਂ ਵੀ ਆਪਣਾ ਆਪਣਾ ਉਹਨੂੰ ਕਰ ਸਕਦੇ ਹੋ ਕਿ ਤੁਹਾਨੂੰ ਕਿਸ ਤਰੀਕੇ ਨਾਲ ਚੰਗਾ ਲੱਗਦਾ ਹੈ। ਠੀਕ ਹੈ, ਦੈਨ ਐਕਸਲ ਇਹ ਡੋਰ ਸਾਨੂੰ ਇੱਥੇ ਦਿਖੇਗਾ ਔਰ ਇੱਕ ਸਾਨੂੰ ਆ ਓਪਨਿੰਗ ਦਿਖੇਗੀ। ਠੀਕ ਹੈ, ਸੋ ਇੱਕ ਡੋਰ ਮੇਰੇ ਕੋਲ ਇਹ ਆ ਜਾਏਗਾ। ਡੋਰ ਦਾ ਮੈਨੂੰ ਹੁਣ ਹਾਈਟ ਚਾਹੀਦੀ ਹੈ, ਸੋ ਮੈਂ ਡੋਰ ਦੀ ਹਾਈਟ ਸੇ 7 ਫੀਟ ਰੱਖ ਰਿਹਾ ਫਿਲਹਾਲ। ਜੋ ਵੀ ਤੁਹਾਡੀ ਡਰਾਇੰਗ ਹੈ ਉਹਦੇ ਨਾਲ ਤੁਸੀਂ ਇਹਨੂੰ ਮੈਚ ਕਰ ਸਕਦੇ ਹੋ ਡੋਰ ਵਿੰਡੋ ਸ਼ਡਿਊਲ ਦੇ ਨਾਲ। ਠੀਕ ਹੈ, ਸੋ ਇਹ ਮੇਰੇ ਕੋਲ ਡੋਰ ਆ ਗਿਆ ਇੱਥੇ ਔਰ ਦੈਨ ਉਸ ਤੋਂ ਬਾਅਦ ਮੇਰੇ ਕੋਲ ਅਲੱਗ-ਅਲੱਗ ਇਹ ਕੱਟ ਆਊਟ ਹੈਗਾ। ਸੋ ਇਹ ਵੀ ਇੱਕ ਦਰਵਾਜ਼ਾ ਹੀ ਹੈ, ਸੋ ਇਹਨੂੰ ਵੀ ਮੈਂ ਅਜ਼ਿਊਮ ਕਰਦਾ ਕਿ ਮੈਂ 7 ਫੁੱਟ ਦੀ ਹਾਈਟ ਤੇ ਰੱਖਾਂਗਾ। ਸੋ ਇਹ ਵੀ ਇੱਕ ਦਰਵਾਜ਼ਾ ਮੇਰੇ ਕੋਲ ਆ ਜਾਏਗਾ ਜਾਂ ਕੱਟ ਆਊਟ ਆ ਜਾਏਗਾ। ਠੀਕ ਹੈ, ਦੈਨ ਮੈਂ ਇਹਨੂੰ ਟ੍ਰਿਮ ਕਰ ਦਿੰਦਾ ਔਰ ਇਹਨਾਂ ਨੂੰ ਮੈਂ ਸੇ ਐਲੀਵੇਸ਼ਨ 2 ਦੇ ਵਿੱਚ ਪਾ ਦਿੰਦਾ। ਠੀਕ ਹੈ,
और दैन एलिवेशन 2 ਦੇ ਵਿੱਚ ਦੇਖੋ ਹੁਣ ਜਦੋਂ ਆਪਾਂ ਇਹ ਡੋਰ ਬਣਾਇਆ ਤਾਂ ਸਾਨੂੰ ਇਹਦਾ ਇੰਟਰਨਲ ਅੰਦਰਲਾ ਦੀਵਾਰ ਦਾ ਸਾਈਡ ਵੀ ਦਿਖੇਗੀ। ਸੋ ਇੱਕ ਇਹਦੀ ਵੀ ਲਾਈਨ ਆਏਗੀ। ਸੋ एलिवेशन 2 लेयर ਦੇ ਵਿੱਚ ਆਪਾਂ ਪਾ ਲੈਂਦੇ ਆ। ਠੀਕ ਹੈ, ਹੁਣ ਦੇਖੋ ਤੇ ਆਹ ਡੋਰ ਤੇ ਆਹ ਜਿੱਥੋਂ ਗਲਾਈ ਸ਼ੁਰੂ ਹੁੰਦੀ ਹੈ ਇੱਥੇ ਇੱਕ ਲਾਈਨ ਆਉਂਦੀ ਆ ਵਾਲੀ, ਇਹ ਲਾਈਨ ਵੀ ਸਾਨੂੰ ਦਿਖੇਗੀ ਜਿਹੜੀ ਦੀਵਾਰ ਉੱਪਰ ਤੱਕ ਜਾਏਗੀ ਲਾਈਨ। ਸੋ ਸਾਨੂੰ ਇੱਕ ਲਾਈਨ ਡਰਾ ਕਰਾਂਗੇ ਤੇ ਇਹਦੀ ਵੀ ਪ੍ਰੋਜੈਕਸ਼ਨ ਲੈ ਲਈ। ਸੋ ਇਹ ਲਾਈਨ ਜਿਹੜੀ ਹੈ ਮੇਰੀ ਉਹ ਇਸ ਲਾਈਨ ਤੱਕ ਆ ਗਈ। ਇਹ ਡਿਪੈਂਡ ਕਰਦਾ ਕਿ ਇਹਨੂੰ ਆਪਾਂ ਕਿੰਨੀ ਉੱਪਰ ਲੈ ਕੇ ਜਾਂਦੇ ਆ, ਕਿਉਂਕਿ ਸੌਰੀ ਜੇ ਮੇਰਾ ਕੱਟ ਆਊਟ ਵੀ ਆ ਜਾਂਦਾ ਹੈ ਤੇ ਕੱਟ ਆਊਟ ਤੋਂ ਬਾਅਦ ਇਹ ਕੱਟ ਆਊਟ ਖਤਮ ਵੀ ਹੋਏਗਾ, ਉੱਥੇ ਦੀ ਮੈਨੂੰ ਲਾਈਨਿੰਗ ਦਿਖੇਗੀ। ਠੀਕ ਹੈ, ਸੋ ਇਹਨੂੰ ਵੀ ਮੈਂ ਐਲੀਵੇਸ਼ਨ 1 ਦੇ ਵਿੱਚ ਪਾ ਦਿੰਦਾ। ਇਹ ਕਿਹੜੀ ਕੱਟ ਆਊਟ ਦੀ ਗੱਲ ਕਰ ਰਹੇ, ਮੈਂ ਗੱਲ ਕਰ ਰਿਹਾ ਇੱਥੇ ਜਿਹੜੀ ਦੀਵਾਰ ਉੱਪਰ ਜਾ ਕੇ ਆਏਗੀ। ਠੀਕ ਹੈ, ਸਲੈਬ ਲੈਵਲ ਤੇ ਜਾ ਕੇ ਇਦਾਂ ਤਾਂ ਹੋਏਗਾ ਨਹੀਂ ਕਿ ਇਸ ਪਾਸੋਂ ਵੀ ਆਪਾਂ ਟੋ ਵਾਲ ਬਣਾਈਏ, ਦੂਸਰੇ ਪਾਸੇ ਵੀ ਜਾ ਕੇ ਹੋਏਗੀ। ਠੀਕ ਹੈ, ਸੋ ਇਹ ਟੋ ਵਾਲ ਦੀਆਂ ਲਾਈਨਸ ਆ ਜਾਣਗੀਆਂ। ਸੋ ਇਹ ਜਿਹੜਾ ਮੇਰਾ ਲਾਈਨ ਹੈਗੀ ਹੈ ਮੇਰੀ ਇੱਥੇ ਖਤਮ ਹੋ ਜਾਏਗੀ। ਠੀਕ ਹੈ, ਕਿਉਂਕਿ ਇਹ ਵਾਲ ਦੀ ਲਾਈਨ ਹੈ, ਸੋ ਆਪਾਂ ਇਹਨੂੰ ਸੇ ਫੋਰ ਐਗਜ਼ਾਮਪਲ ਆਪਾਂ ਇਹਨੂੰ ਐਲੀਵੇਸ਼ਨ 1 ਹੀ ਕਰ ਦਿੰਦੇ। ਸੋ ਇਸ ਤਰੀਕੇ ਨਾਲ ਡਿਟੇਲ ਆਊਟ ਥੋੜਾ ਜਿਹਾ ਆਪਣਾ ਇਹ ਸੈਕਸ਼ਨ ਡਿਟੇਲ ਆਊਟ ਹੋ ਗਿਆ ਕਿ ਮਿਨੀਮਮ ਡਿਟੇਲਿੰਗ ਇਹਦੇ ਵਿੱਚ ਆ ਗਈ ਹੈ ਕਿ ਜਿਹੜੀਆਂ ਕਿ ਪ੍ਰੈਕਟੀਕਲੀ ਦਿਖਦੀਆਂ ਵੀ ਪਈਆਂ ਨੇ ਲਾਈਨਸ। ਠੀਕ ਹੈ, ਉਹਦੇ ਵਿੱਚ ਆਹ ਲਾਈਨ ਆ ਗਈ, ਦੈਨ ਇਹਦਾ ਕੱਟ ਆਊਟ ਆਪਣਾ ਫਸਟ ਫਲੋਰ ਇੱਥੇ ਆ ਗਿਆ, ਸ਼ੋ ਹੋ ਗਿਆ, ਔਰ ਦੈਨ ਦਰਵਾਜ਼ਾ ਆ ਗਿਆ, ਔਰ ਇਸੇ ਤਰ੍ਹਾਂ ਇਹ ਕੱਟ ਆਊਟ ਆ ਗਿਆ। ਸੋ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਸ਼ੋ ਕਰ ਦਿੱਤੀਆਂ। ਠੀਕ ਹੈ, ਇਸੇ ਤਰ੍ਹਾਂ ਉੱਪਰ ਵਾਲਾ ਫਲੋਰ ਜਦੋਂ ਵੀ ਆਪਾਂ ਦੇਖਾਂਗੇ ਉਹਦੇ ਵਿੱਚ ਮੇਰੇ ਕੋਲ ਕਿੱਥੇ ਦੀਵਾਰ ਹੈਗੀ ਹੈ ਉੱਥੇ ਵੀ ਮੈਨੂੰ ਸਾਰਾ ਕੁਝ ਹੀ ਡਰਾ ਕਰਨਾ ਪੈਣਾ। ਠੀਕ ਹੈ, ਔਰ ਦੈਨ ਅਸੀਂ ਇਸ ਪਾਸੇ ਆਉਂਦੇ ਹਾਂ, ਡਰਾਇੰਗ ਰੂਮ ਦੀ ਗੱਲ ਕਰੀਏ ਤਾਂ ਇੱਥੇ ਮੇਰੇ ਕੋਲ ਇੱਕ ਵਿੰਡੋ ਦਾ ਜਿਹੜਾ ਸਾਈਜ਼ ਹੈ ਉਹ ਆ ਰਿਹਾ। ਸੋ ਮੈਂ ਕੀ ਕਰਾਂਗੇ, ਵਿੰਡੋ ਦੀ ਪ੍ਰੋਜੈਕਸ਼ਨਸ ਲੈ ਲਾਂਗਾ। ਦੈਨ ਮੈਂ ਉਸ ਤੋਂ ਬਾਅਦ ਦੇਖਾਂਗਾ ਕਿ ਵਿੰਡੋ ਦਾ ਮੇਰਾ ਜਿਹੜਾ ਬੇਸ ਹੈ ਉਹ ਮੈਂ ਡੋਰ ਵਿੰਡੋ ਸ਼ਡਿਊਲ 'ਚ ਕੀ ਦਿੱਤਾ ਹੋਇਆ ਹੈ। ਫੋਰ ਐਗਜ਼ਾਮਪਲ ਮੈਂ ਉਹਨੂੰ ਨੀਚੋਂ ਦੀ ਲੈ ਕੇ ਸੇ ਮੈਂ ਚਾਹੁੰਦਾ ਕਿ ਉਹਦੀ ਜਿਹੜੀ ਸਿਲ ਹੈ ਮੇਰੀ ਉਹ 600 ਤੇ ਹੋਵੇ। सॉरी 600 नहीं एंड ਆਪਾਂ ਫੀਟ ਇੰਚਸ ਕਰੀਏ 2 ਫੀਟ ਹੋ ਗਿਆ। ਸੋ 2 ਫੀਟ ਤੇ ਸਿਲ ਹੋ ਗਈ, ਔਰ ਮੇਰਾ ਜਿਹੜਾ ਲਿੰਟਰ ਲੈਵਲ ਹੈ ਉਹ 8.5 ਫੁੱਟ ਤੇ ਹੈ। ਸੋ ਮੈਂ ਇਹਨੂੰ ਆਫਸੈਟ 8.5 ਫੁੱਟ ਦਾ ਕਰ ਦਾਂਗਾ ਸੈਕਿੰਡ। ਸੋ ਇਹ ਮੇਰੀ ਇੱਕ ਵਿੰਡੋ ਆ ਜਾਏਗੀ। ਠੀਕ ਹੈ, ਸੋ ਇਹ ਵਿੰਡੋ ਜਿਹੜੀ ਹੈ ਇਹਨੂੰ ਵੀ ਡਿਟੇਲ ਆਊਟ ਆਪਾਂ ਕਰ ਸਕਦੇ ਹਾਂ। ਇੱਕ ਤਾਂ ਐਲੀਵੇਸ਼ਨ ਇਹਨੂੰ ਆਪਾਂ ਐਲੀਵੇਸ਼ਨ ਸੌਰੀ ਇਹਨੂੰ ਵੀ ਐਲੀਵੇਸ਼ਨ ਦੀ ਲੇਅਰ 'ਚ ਪਾ ਸਕਦੇ ਹਾਂ ਜਾਂ ਵਿੰਡੋਜ਼ ਦੀ ਲੇਅਰ 'ਚ ਪਾ ਸਕਦੇ ਹਾਂ, ਜੋ ਵੀ ਤੁਹਾਡਾ ਫਾਰਮੈਟ ਹੈਗਾ ਅਗੇਨ। ਠੀਕ ਹੈ, ਫੋਰ ਐਗਜ਼ਾਮਪਲ ਮੈਂ ਇਹਨੂੰ ਐਲੀਵੇਸ਼ਨ 2 ਦੇ ਵਿੱਚ ਪਾ ਦਿੰਦਾ। ਬਾਕੀ ਇਹਦੀ ਡਿਟੇਲ ਆਊਟ ਵੀ ਅੱਗੇ ਕਰ ਸਕਦੇ ਹਾਂ ਕਿ ਮੈਂ ਜੀ ਐਗਜ਼ੈਕਟ ਵਿੰਡੋ ਦਾ ਜਿਹੜਾ ਸਾਈਜ਼ ਹੈ ਕੀ ਰੱਖਣਾ ਚਾਹੁੰਦਾ। ਹੁਣ ਉਹਦੇ ਵਿੱਚ ਆਪਾਂ ਹਜੇ ਤੱਕ ਤਾਂ ਡੋਰ ਵਿੰਡੋ ਸ਼ਡਿਊਲ ਬਣਾਇਆ ਸੀਗਾ, ਤੇ ਜੇ ਦੇਖਿਆ ਜਾਵੇ ਤਾਂ ਸਾਨੂੰ ਇਹਦੀ ਸਾਰੀ ਡਿਟੇਲ ਆਊਟ ਬਣਾਉਣੀ ਚਾਹੀਦੀ ਹੈ ਕਿ ਇਕੱਲਾ ਦਰਵਾਜ਼ਾ ਜਿਹੜਾ ਉਹ ਕਿਸ ਪਾਸੇ ਖੁੱਲਦਾ ਹੈ ਜਾਂ ਕੀ ਉਹਦਾ ਚੌਗਾਟ ਕਿੰਨੀ ਹੋਏਗੀ, ਜਾਂ ਸਾਈਜ਼ ਡਰਾਇੰਗ ਦਾ ਡਾਇਮੈਂਸ਼ਨਸ ਕਿਹੜੀਆਂ ਹੈਗੀਆਂ, ਜਾਂ ਡਿਜ਼ਾਈਨ ਜਿਹੜਾ ਹੈ ਉਹ ਕੀ ਹੋਏਗਾ। ਠੀਕ ਹੈ, ਫੋਰ ਐਗਜ਼ਾਮਪਲ ਮੈਂ ਚਾਹੁੰਦਾ ਕਿ ਮੈਂ ਡਿਜ਼ਾਈਨ ਵੀ ਇਹਦਾ ਡਰਾ ਕੀਤਾ ਹੋਇਆ, ਤਾਂ ਮੈਂ ਇਹਦਾ ਜਿਹੜਾ ਇੱਕ ਚੌਗਾਟ ਬਣਾ ਦਿੱਤੀ। और मैं चाहना कि इस लेवल ते भी मेरे को कितने चौगाट होवे। इट ऑल डिपेंड्स कि ਤੁਹਾਡਾ ਕਿਹੜਾ ਡਿਜ਼ਾਈਨ ਹੈਗਾ, ਤੁਸੀਂ ਇਹ ਚੀਜ਼ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਪਰ ਮੈਂ ਕਹਿੰਦਾ ਕਿ ਇਹਦੇ ਵਿੱਚ ਇੱਕ ਮੈਂ 18 ਇੰਚ ਦੀ ਇੱਕ ਓਪਨੇਬਲ ਖਿੜਕੀ ਰੱਖ ਦਿੰਦਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ मैं विंडो डिटेल आउट कर सकदा। ये ਤੁਹਾਡਾ ਕਿਉਂਕਿ ਬਾਅਦ ਚ ਵੀ ਡਿਟੇਲ ਆਊਟ ਤਾਂ ਕਰਨੀ ਹੀ ਪੈਣੀ ਹੈ।
इदां नहीं है कि सानू इहदी ड्राइंग भी देनी पैनी है कि जिहड़ा मैं साइज़ WT इत्थे W2 ਦੀ ਗੱਲ ਕਰ ਰਿਹਾ ਸੀਗਾ ਉਹ ਇੰਨੇ ਫਿਟ ਬਾय ਇੰਨੇ ਫੀਟ ਦੀ ਹੈ ਮੈਂ ਲੈਂਥ ਉਹ ਸਾਰਾ ਕੁਝ ਦੇ ਦਿੱਤਾ ਸਿਲ ਲੈਵਲ ਲਿੰਟਰ ਲੈਵਲ ਸਾਈਜ਼ ਦੇ ਦਿੱਤਾ ਬਟ ਮੈਨੂੰ ਉਹਦਾ ਡਿਜ਼ਾਈਨ ਵੀ ਦੇਣਾ ਪੈਣਾ ਐਗਜ਼ੈਕਟਲੀ ਠੀਕ ਹੈ ਸੋ ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਇੱਕ ਪ੍ਰੋਜੈਕਟ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਇਹਦੀ ਡਿਟੇਲ ਔਰ ਡਾਈਮੈਂਸ਼ਨਿੰਗ ਕੀਤੀ ਹੋਈ ਹੈ ਕਿ ਮੇਰੀ ਪਾਰਟਿਕੂਲਰ ਜਿਹੜੀ ਵਿੰਡੋ ਹੈ ਸੇ W3 ਹੈ ਮੈਨੂੰ 2 ਨੰਬਰਸ ਚਾਹੀਦੇ ਨੇ ਔਰ ਇਹਦਾ ਡਾਈਮੈਂਸ਼ਨ ਇੰਨੇ ਬਾय ਇੰਨੇ ਮਤਲਬ ਡੋਰ ਵਿੰਡੋ ਸ਼ਡਿਊਲ ਦਾ ਇੱਕ ਪਾਰਟ ਬਣ ਗਿਆ ਹੈ ठीक है सो ये नाल ओपनिंग दसने कि ओपनिंग है वो किस पासे हो रही है हिंज किस पासे लगेगी और कट जो फिक्स स्पेसिस किन्ने है ठीक है आप वापस आने अपनी ड्राइंग सो इस तरीके आप ग्राउंड फ्लोर का सारा जो मिनिमम डिटेल करनी है वो कर देती है इस तो इलावा हूँ मेरे ख्याल जो भी है वो बाकी पीछे दिख रहा है वो साढ़े ये विजिबल नहीं होएगा ठीक है इस तरह आप उपर आके भी सारा कुछ कर सकते हैं होर एक डिटेल हो सकती है इतने रेलिंग की कि उपर आके मेरा इतने फ्लोरिंग बन रही है तो फ्लोरिंग तो बाद मेरे को इतने कोई ना कोई रेलिंग होएगी ताकि मैं जो भी प्रोटेक्शन है उपर उपरों की उन्होंने आप बना सकीए सो ये रेलिंग डिटेल आप कर सकते हैं कि हाइट कितनी रखनी है फस्ट तो से आप 900 सॉरी फीट इंचेस कम करिए तो 3 फीट होगी 3 फीट उच्ची रखनी है और ਇਹਦਾ ਜਿਹੜਾ ਵੀ डिटेलिंग है वो दे सकते हैं ਆਪਾਂ कि मैं ग्लास की रखनी है स्टील की रखनी है ਕਿਹੜੀ रखनी है ਉਹ ਜਾਂ ਆਪਾਂ ਅਲੱਗ ਸ਼ੀਟ ਤੇ ਵੀ ਲਿਖ ਸਕਦੇ ਹਾਂ ਫੋਰ ਐਗਜ਼ਾਮਪਲ ਉਹਦੇ ਲਈ ਆਪਾਂ ਕੀ ਕਰਾਂਗੇ ਇੱਥੇ ਲਿਖ ਦਾਂਗੇ ਆਪਾਂ ਲਿਖ ਦਾਂਗੇ ਕਿ ਰੇਲਿੰਗ ਐਸ ਪਰ ਡਿਟੇਲ रेलिंग एज पर डिटेल ये होएगा कि सानू वो शीट जो भी रेलिंग की शीट आएगी क्योंकि वर्किंग ड्राइंग है वो मतलब हरेक चीज़ की ड्राइंग होंगी है वो जो भी आप रेलिंग की ड्राइंग बनावांगे उत्थे साडे कोल ये साडी इस शीट ਨੂੰ ਆਪਾਂ ਰੈਫਰ ਕਰਾਂਗੇ ਕਿ ਇਸ ਸ਼ੀਟ ਦੇ ਵਿੱਚ ਜਿੱਥੇ ਆਪਾਂ ਦੱਸਿਆ ਹੋਇਆ ਸੀਗਾ ਕਿ ਰੇਲਿੰਗ ਐਸ ਪਰ ਡਿਟੇਲ ਹੈ ਉਹ ਡਿਟੇਲ ਇਸ ਸ਼ੀਟ ਦੇ ਵਿੱਚ ਅਵੇਲੇਬਲ ਹੈਗੀ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਆਪਾਂ ਇੱਕ ਸੈਕਸ਼ਨ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ और आप वापस आने अपने व्यू पोर्ट आप सिंगल व्यू देखना है ठीक है सो इस तरीके आप फस्ट फ्लोर में भी आप डिटेल आउट कर लेंगे एक सैक्शन साडा कंप्लीट हो गया दूसरा सैक्शन ही आप जो गल करिए कि वो किस तरीके बनाना है या तो आप करिए इनू रोटेट करिए प्लान नू और या फिर आप करिए कि इस पासे सैक्शन बना दिए और एक होर तरीका है वो आप UCS घुमा सकते हैं UCS कमांड आप चलाने दैन असी ये नीचे आ रहा है कि स्पेसिफाई ओरिजिन ऑफ UCS और फेस नेम्ड ऑब्जेक्ट प्रीवियस व्यू वर्ल्ड XYZ एक्सिस ठीक है आप Z एक्सिस से क्लिक करते हैं या Z एंटर करते हैं उस तो बाद पूछ रहे कि आ देखो UCS घूम रहा है कि इनू किद्दां घुमाना चाहते हो तुसीं कि एक्स एक्सिस किस पास रखना चाहते हैं मैं चाहना कि एक्स एक्सिस मेरी इस पास आवे फिलहाल मेरा UCS इदा है कि एक्स एक्सिस इस पास है मैं चाहना एक्स एक्सिस मेरा इस पास आ जाए सो इदा किया तो देखो UCS चेंज हो गया मेरा कि एक्स इस पास आ गया वाई इस पास आ गया दैन मैं एक कमांड चलाना प्लान ठीक है प्लान एंटर करंट UCS एंटर देखो ड्राइंग मेरी सारी घूम गई ਉਹਦੇ ਵਿੱਚ ਕੀ ਹੋਇਆ ਪਹਿਲਾਂ ਮੇਰਾ ਐਕਸ ਐਕਸਿਸ ਜਿਹੜਾ ਇੱਥੇ ਸ਼ੋ ਹੋ ਰਿਹਾ ਸੀਗਾ ਉਹਨੂੰ ਮੈਂ ਐਕਸ ਐਕਸਿਸ ਇਸ ਪਾਸੇ ਘੁਮਾਤਾ ਹੁਣ ਮੈਂ ਉਹਨੂੰ ਵਾਪਸ ਰੋਟੇਟ ਕਰਕੇ ਪਲਾਨ ਕੀਤਾ ਤੇ ਉਹਦੇ ਨਾਲ ਕੀ ਹੋਇਆ ਮੇਰਾ ਸਾਰਾ ਪਲਾਨ ਰੋਟੇਟ ਹੋ ਗਿਆ ਠੀਕ ਹੈ ਸੋ ਹੁਣ ਇਹ ਮੇਰੀ ਡਰਾਇੰਗ ਰੋਟੇਟ ਹੋ ਗਈ ਹੁਣ ਮੈਂ ਜਿਸ ਤਰੀਕੇ ਨਾਲ ਵੀ ਆਪਣਾ ਬਣਾਉਣਾ ਚਾਹੁੰਦਾ ਸੈਕਸ਼ਨ ਅਗੇਨ ਉਹੀ ਚੀਜ਼ ਕਿ ਮੈਂ ਇਹਦਾ ਵਾਈਪ ਆਊਟ ਕਮਾਂਡ ਚਲਾ ਲੈਣਾ ਇੱਕ ठीक है अगेन हूँ ये जोड़ा ये मैथड मैं दसिया है ये मैं फॉलो करता है देर इज़ नो हार्ड एंड फास्ट रूल कि थानू भी UCS घुमाना पैना है तुसी उन्हें सिंपली प्लान भी अलग कॉपी पेस्ट करके रोटेट करके ये सारा कुछ फॉलो कर सकते हैं ठीक है
बट आप इस तरीके नाल कर लिए तो अपना की होएगा कि वो उत्थे ही रह जाता है सारा कुछ। इनू मैं इत्थे सैक्शन छड्ड दांगा, कल नूं कुछ भी एडिटिंग करनी होगी मैं इत्थों चेंज कर सकदा। अदरवाइज मैनू प्लान पहलां जिथे रोटेट कीता वो प्लान चेंज होया, फिर वो मैं दोबारा उन्होंने कॉपी पेस्ट करांगा, वो मतलब एक लेंथी टास्क हो जाता। जे मैं प्लान नूं यही रखना हमेशा कि मैं जो भी चेंजेस करा इसे प्लान चेंज करा, तो बैटर है कि आपां इनू इस तरीके दे नाल सैक्शन क्रिएट कर लीए। प्रिंट जिहड़ा है इहनूं आपां सीधा दोबारा घुमा के कर सकते हैं। ठीक है। सो अगेन ਇਹਦੇ ਵਿੱਚ ਕੀ ਕਰਨਾ ਹੈ, ਸਾਰੀਆਂ ਪ੍ਰੋਜੈਕਸ਼ਨਸ ਆਪਾਂ ਲੈਣੀਆਂ ਉਸੇ ਤਰ੍ਹਾਂ ਹੀ। ठीक है, ਇਹਦੇ ਵਿੱਚ ਹੁਣ ਸਾਡਾ ਇੱਕ ਸਟੇਅਰਕੇਸ ਕੱਟ ਹੋ ਰਹੀ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਸਾਰੀ ਪ੍ਰੋਜੈਕਸ਼ਨਸ ਲੈ ਲਈਆਂ। और ये प्रोजेक्शन ਜਿਹੜੀਆਂ ਥੋੜੀਆਂ ਟਿਪੀਕਲ ਨੇ, ਇਹਦੇ ਵਿੱਚ ਸਾਨੂੰ ਥੋੜਾ ਦਿਮਾਗ ਲਗਾਉਣਾ ਪੈਣਾ ਕਿ किस तरीके ਨਾਲ ਕੱਟਣੀ ਹੈ ਇਹ। एक कितने मिसिंग है, चलो फॉर एग्जांपल और ये वाली लाइन लेवल्स ਜਿਹੜੇ है वो मैं यही वाले लेवल्स फॉलो कर लाँगा। लेवल्स जनरली चेंज नहीं होने, और लेवल सारे कॉपी पेस्ट कर लेंगे ਆਪਾਂ। लेवल्स मैं रोटेट कर दिंदा, या जे मान लो तुसीं चाਹੁੰਦੇ हो कि ये भी ना चेंज होण ਤਾਂ then we can do कि ਆਪਾਂ ਇਹ ਸਾਰੇ ਨੂੰ ਨਾ ਬਲੌਕ ਬਣਾ ਸਕਦੇ ਹਾਂ ਇੱਥੇ, ਜੇ ਆਪਾਂ ਇਹ ਸਾਰੇ ਨੂੰ ਬਲੌਕ ਬਣਾ ਲਈਏ ਤੇ ਲੈਵਲਸ ਇੱਕ ਪੁਆਇੰਟ ਇਹਦਾ ਇੱਕ ਦੇ ਦਿੰਦੇ ਆ। ਓਕੇ, ਹੁਣ ਇਹਨੂੰ ਮੈਂ ਕਾਪੀ ਪੇਸਟ ਕਰਕੇ ਇੱਥੇ ਲੈ ਕੇ ਆਉਣਾ। ਹੁਣ ਇਹਦਾ ਫਾਇਦਾ ਇਹ ਹੈ ਕਿ ਕੱਲ ਨੂੰ ਮੇਰੇ ਮੰਨ ਲਓ ਮੈਂ ਲੈਵਲਸ ਹੀ ਚੇਂਜ ਕਰ ਲੈਣਾ, ਮੈਨੂੰ ਲੱਗਦਾ ਕਿ ਨਹੀਂ ਮੈਨੂੰ ਜਿਹੜੀ ਗਰਾਊਂਡ ਫਲੋਰ ਦੀ ਹਾਈਟ ਥੋੜੀ ਜ਼ਿਆਦਾ ਚਾਹੀਦੀ ਹੈ, ਜਿੱਦਾਂ ਹੀ ਮੈਂ ਇਸ ਬਲੌਕ 'ਚ ਚੇਂਜ ਕਰਾਂਗਾ ਆਪਣੇ ਆਪ ਇਸ ਬਲੌਕ 'ਚ ਚੇਂਜ ਹੋ ਜਾਏਗਾ। ਸੋ ਇਹ ਨਾਲ ਹੋਰ ਥੋੜੀ ਮਤਲਬ ਸਟੇਬਿਲਿਟੀ ਆ ਗਈ ਕਿ ਤੁਹਾਡੀ ਇੱਕੋ ਡਰਾਇੰਗ ਦੇ ਨਾਲ ਇੱਕੋ ਜਗ੍ਹਾ ਤੁਸੀਂ ਐਡੀਟਿੰਗ ਕਰ ਰਹੇ ਹੋ, ਹਰ ਜਗ੍ਹਾ ਅਪਲਾਈ ਹੋ ਰਹੀ ਹੈ। ਠੀਕ ਹੈ, ਸੋ ਇਹ ਵੀ ਇੱਕ ਮੈਥਡ ਨਾਲ ਆਪਾਂ ਇਹਨੂੰ ਥੋੜਾ ਫੋਲੋ ਕਰ ਸਕਦੇ ਹਾਂ। ਠੀਕ ਹੈ, ਦੈਨ ਅਸੀਂ ਇਹ ਸੈਕਸ਼ਨ ਸਾਰਾ ਡਰਾ ਕਰਾਂਗੇ। ਹੁਣ ਮੈਂ ਦੁਬਾਰਾ ਨਹੀਂ ਉਹ ਸਾਰਾ ਡਰਾ ਕਰਨਾ, ਉਹ ਤੁਸੀਂ ਆਪੇ ਦੇਖ ਲਿਓ ਕਿ ਸਲੈਬ ਕਿੱਦਾਂ ਕਿੱਦਾਂ ਆਏਗੀ ਔਰ ਕਿਸ ਤਰੀਕੇ ਨਾਲ ਆਪਾਂ ਸਾਰੀ ਡਾਇਮੈਂਸ਼ਨਿੰਗ ਕਰਨੀ ਹੈ। ਇੱਕ ਸਟੇਅਰ ਕੇਸ ਹੈ, ਉਹਦਾ ਆਪਾਂ ਇੱਕ ਥੋੜਾ ਜਿਹਾ ਦੇਖ ਲਾਂਗੇ ਸਟੇਅਰ ਕੇਸ ਨੂੰ ਕਿੱਦਾਂ ਡਰਾ ਕਰਨਾ। ਇਹਦੇ ਵਿੱਚ ਦੋ ਤਰੀਕੇ ਹੈ। ਇੱਕ ਥੋੜਾ ਬੈਟਰ ਤਰੀਕਾ ਜਿਹੜਾ ਸਿੰਪਲ ਮੈਨੂੰ ਲੱਗਦਾ ਉਹ ਇਸ ਤਰੀਕੇ ਮੈਂ ਕੀ ਕਰਦਾ ਕਿ PL ਇੱਥੋਂ ਸਟਾਰਟ ਕਰਦਾ, ਪੋਲੀਲਾਈਨ ਇੱਥੋਂ ਮੈਂ ਇਹਦਾ ਰਾਈਜ਼ਰ ਦੇ ਦੇਣਾ, ਸੇਮ ਮੇਰਾ ਰਾਈਜ਼ਰ 7 ਇੰਚ ਹੈ। ਦੈਨ ਮੈਂ ਇੱਥੇ ਕਲਿੱਕ ਕਰ ਦੇਣਾ, ਦੈਨ 7 ਇੰਚਜ਼। ठीक है, then again 7 इंचज। इसी तरह मैं रेफर पॉइंट लेंदा जा रहा और 7 इंचज राइजर देंदा जा रहा हूँ। ठीक है, ये एक मैथड है। और दूसरा मैथड ਆਪਾਂ ਜਿਹੜਾ BC ਦੀ ਸ਼ੀਟ ਬਣਾ ਕੇ ਕੀਤਾ ਸੀਗਾ ਕਿ ਆਪਾਂ ਸਾਰੀਆਂ ਪ੍ਰੋਜੈਕਸ਼ਨਸ ਲਈਏ। ਠੀਕ ਹੈ, ਹੁਣ ਆਹ ਪੋਲੀਲਾਈਨ ਜਿਹੜੀ ਹੈ ਮੇਰਾ ਸੈਕਸ਼ਨ ਇੱਕ ਤਰ੍ਹਾਂ ਨਾਲ ਮੈਨੂੰ ਡਿਰਾਈਵ ਕਰਕੇ ਦੇ ਰਿਹਾ। ਠੀਕ ਹੈ, ਇਸੇ ਸੈਕਸ਼ਨ ਨੂੰ ਮੈਂ ਇੱਥੇ ਲਿਆ ਕੇ ਕਾਪੀ ਕਰ ਸਕਦਾ। ਮੇਰਾ ਸ਼ੁਰੂ ਕਿੱਥੋਂ ਹੋਏਗਾ, ਸ਼ੁਰੂ ਮੇਰਾ ਫਿਨਿਸ਼ ਫਲੋਰ ਲੈਵਲ ਤੋਂ ਹੋਏਗਾ। तो ये जगह इस जगह पे जाके स्टेयरकेस का सेक्शन इस तरीके ना टॉप लेवल मैंने मिल जाएगा ਇਹਦਾ। ठीक है, उस तो बाद ਇਹਦਾ ਜਿਹੜਾ सही तरीका है कि मैं ये स्लैब कितनी बनानी है। मैं फॉर एग्जांपल ये मैं स्लैब से 5 इंचज ਦਾ स्टेयरकेस बनानी है। सो इस तरीके ਨਾਲ मैं स्टेयरकेस ड्रॉ कर सकदा। हाँ, बाकी डिटेल ਜਿਹੜੀ ਇਹਦੀ ਹੈ ਕਿ ਇਹਦਾ ਜਿਹੜਾ ਬੇਸ ਹੈ, ਇਹਦਾ ਬੇਸ ਹੈ, ਇਹਦੀ ਵੀ ਕੋਈ ਫਾਊਂਡੇਸ਼ਨ ਹੋਏਗੀ ਐਸ ਪਰ डिटेल जो भी है ਉਹ ਆਪਾਂ ਨਾਲ ਦੇ ਸਕਦੇ ਹਾਂ। ठीक है, जो भी डिटेल होगी आप बना सकते हैं। उस मेरे कहने का मकसद यही है, दसन का मकसद है कि आप सैक्शन किस तरीके ਨਾਲ बना सकते हैं। दूसरा तरीका ਜਿਹੜਾ ਆਪਾਂ ਦੇਖਿਆ ਸੀਗਾ ਉਹ ਸੀਗਾ ਕਿ ਆਪਾਂ ਇਸ ਤਰੀਕੇ ਨਾਲ ਸਾਰੀਆਂ ਪ੍ਰੋਜੈਕਸ਼ਨਸ ਲਈਏ ਔਰ ਜਦੋਂ ਆਪਾਂ ਜੇ ਫਲੋਰ ਦੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਇੱਥੇ ਇੱਕ ਲਾਈਨ ਲਗਾ ਕੇ ਇਹਨੂੰ ਆਫਸੈਟ ਕਰੀਏ ਜੋ ਵੀ ਸਾਡਾ ਰਾਈਜ਼ਰ ਹੈਗਾ। ठीक है, फिर राइजर तो बाद फिर आप ड्रॉ करिए इस तरीके ਨਾਲ।
एंड प्रोडक्ट दोनों बारी सेम ही आना, ठीक है। वो थोड़ा जिहा स्मार्ट वर्क हैगा कि थोड़ा जल्दी हो जाएगा, इस तरीके ਨਾਲ ਸਾਨੂੰ ज़्यादा ਲਾਈਨਾਂ ਲਗਾਉਣੀਆਂ ਪੈਣੀਆਂ और थोड़ा टाइम ज़्यादा लगेगा, बट ਜਿਹੜਾ भी ईजी लगता है ਉਹਨੂੰ फॉलो करो, ठीक है। देयर इज़ नो हार्ड एंड फास्ट रूल कि इस तरीके ਨਾਲ बनाना या उस तरीके ਨਾਲ बनाना, ड्राइंग ठीक होनी चाहिए, ठीक है। इस तरीके ਨਾਲ भी ਆਪਾਂ स्टेयरकेस ड्रॉ कर सकते हैं। और ਇਸੇ ਤਰ੍ਹਾਂ ਇਸ ਪਾਸੇ ਨੂੰ स्टेयरकेस ਜਾ ਰਹੀ ਹੈ, ਸੋ ਜ਼ਿਆਦਾਤਰ ਚਾਂਸਿਸ ਕੀ ਹੁੰਦੇ ਆ ਕਿ ਜਿਹੜਾ ਇਹ ਤੁਹਾਡਾ ਪ੍ਰੋਜੈਕਸ਼ਨ ਹੈ ਜਿਸ ਤਰੀਕੇ ਦੀ ਜੇ ਮੈਂ ਐਗਜ਼ੈਕਟਲੀ ਦੇਖਾਂ ਤਾਂ ਇਹ ਲਾਈਨ ਤੇ ਇਹ ਲਾਈਨ ਕੋਇਨਸਾਈਡ ਕਰ ਰਹੀ ਹੈ, ਇਹ ਲਾਈਨ ਤੇ ਇਹ ਲਾਈਨ ਕੋਇਨਸਾਈਡ ਕਰ ਰਹੀ ਹੈ, ਮਤਲਬ ਜਦੋਂ ਮੈਂ ਇਹਦੀ ਪ੍ਰੋਜੈਕਸ਼ਨ ਲਗਾਵਾਂਗਾ ਤਾਂ ਇਹਦੇ ਉੱਤੋਂ ਹੀ ਹੋ ਕੇ ਜਾਏਗੀ। ਸੋ ਆਪਾਂ ਕੀ ਕਰਦੇ ਹਾਂ, ਕਿਉਂਕਿ ਹੁਣ ਸਾਡੇ ਕੋਲ ਆਟੋਕੈਡ ਹੈਗੀ ਹੈ, ਸੋ ਆਪਾਂ ਇੱਥੇ ਇਹਨੂੰ ਮਿਰਰ ਕਰ ਸਕਦੇ ਹਾਂ। ਬਸ ਜਿਹੜਾ ਇੱਕ ਰਾਈਜ਼ਰ ਹੈ ਉਹ ਸਾਨੂੰ ਮੈਚ ਕਰਨਾ ਪੈਣਾ ਕਿ ਜਿਹੜਾ ਰਾਈਜ਼ਰ ਹੈ ਉਹ ਇੱਦਾਂ 7 ਇੰਚ ਆਏਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਸਟੇਅਰਕੇਸ ਨੂੰ ਦੁਬਾਰਾ ਮੋਡੀਫਾਈ ਵੀ ਕਰ ਸਕਦੇ ਹਾਂ ਤਾਂ ਕਿ ਮੇਰਾ ਜਿਹੜਾ ਦੂਸਰਾ ਪਾਸੇ ਦਾ ਸੈਕਸ਼ਨ ਹੈ ਉਹ ਵੀ ਕਲੀਅਰ ਹੋ ਜਾਵੇ। ਹੁਣ ਇਹੀ ਚੀਜ਼ ਰਿਪੀਟ ਹੋਣੀ ਹੈ ਅੱਗੇ ਤੱਕ, ਕਿੱਥੇ ਤੱਕ ਰਿਪੀਟ ਹੋਣੀ ਹੈ ਉਹਨੂੰ ਆਪਾਂ ਸੇ ਇਸ ਸਟੈਪ ਤੱਕ ਹੋਣੀ ਹੈ। ਸੋ ਆਪਾਂ ਜਿਹੜਾ ਸੈਕਸ਼ਨ ਹੈਗਾ ਉਹਨੂੰ ਆਪਾਂ ਜੇ ਇਹਨੂੰ ਕੰਟੀਨਿਊ ਕਰ ਦਈਏ, ਮੰਨ ਲਓ ਇਸ ਦਾ ਮਤਲਬ ਇੱਥੇ ਤੱਕ ਤੁਹਾਡੇ ਕੋਲ ਹੋ ਗਈ ਆਪਣਾ ਆਖਿਰ ਰਾਈਜ਼ਰ ਪੂਰਾ ਪਹੁੰਚਿਆ ਨਹੀਂ, ਇਹਨੂੰ ਆਪਾਂ ਦੇਖੋ ਮੈਂ ਐਗਜ਼ੈਕਟ ਉਹਦਾ ਕਿ ਕਿੰਨਾ ਰਾਈਜ਼ਰ ਦੇਣਾ ਉਹ ਮੈਂ ਕੈਲਕੂਲੇਟ ਨਹੀਂ ਕੀਤਾ, ਇਸ ਕਰਕੇ ਮੇਰੀ ਸਟੇਅਰਕੇਸ ਛੋਟੀ ਰਹਿ ਗਈ ਹੈ, ਮੇਰੀ ਉੱਪਰ ਤੱਕ ਨਹੀਂ ਪਹੁੰਚ ਪਾਈ। ਸੋ ਇਹਨੂੰ ਆਪਾਂ ਥੋੜਾ ਨਾਲ ਡਿਟੇਲ ਆਊਟ ਕਰਨਾ। ਇੱਕ ਸਟੇਅਰਕੇਸ ਦਾ ਸੈਕਸ਼ਨ ਕੱਟਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੱਤਾ ਇਹਦੇ ਵਿੱਚ, ਠੀਕ ਹੈ। ਔਰ ਇਹ ਜਿਹੜੀ ਇੱਥੇ ਸਲੈਬ ਹੈ ਇਹਨੂੰ ਵੀ ਆਪਾਂ ਦੀਵਾਰ ਦੇ ਅੰਦਰ ਸਪੋਰਟ ਦੇਣੀ ਹੈ, ਘੱਟੋ ਘੱਟ ਜ਼ਿਆਦਾ ਨਹੀਂ ਤਾਂ ਘੱਟੋ ਘੱਟ 2 ਜਾਂ 3 ਇੰਚ ਦੇ ਅੰਦਰ ਜਾਂਦੀ ਹੈ, ਠੀਕ ਹੈ, ਤਾਂ ਕਿ ਜਿਹੜੀ ਸਟੇਅਰਕੇਸ ਹੈ ਉਹਦੀ ਜਿਹੜੀ ਲੈਂਡਿੰਗ ਹੈ ਉਹਨੂੰ ਸਪੋਰਟ ਮਿਲ ਸਕੇ। ਇਸ ਤਰੀਕੇ ਨਾਲ ਆਪਾਂ ਇੱਥੇ ਵੀ ਇਹਨੂੰ ਸਪੋਰਟ ਦੇਣੀ ਹੈ। ਬਾਕੀ ਇਹਦੇ ਵਿੱਚ ਕੋਈ ਡਿਟੇਲ ਆਊਟ 'ਚ ਹੁਣ ਜਿੱਦਾਂ ਓਪਨਿੰਗ ਆ ਗਈ, ਇਹਨੂੰ ਐਜ਼ ਪਰ O3 ਸਾਈਜ਼ ਜੋ ਵੀ ਤੁਸੀਂ ਉਹਦੇ ਵਿੱਚ ਦਿੱਤਾ ਹੈ ਇੱਥੇ ਲੈ ਕੇ ਆਵਾਂਗੇ। ਦੈਨ ਕਟ ਆਊਟ ਹੈ, ਇਹਦੀ ਡਿਟੇਲ ਅਗੇਨ ਜੋ ਵੀ ਸਾਡੀ ਆਏਗੀ ਉਸੇ ਤਰੀਕੇ ਨਾਲ ਆ ਜਾਏਗੀ। ਇੱਥੇ ਇਹ ਡਿਟੇਲ ਥੋੜੀ ਸਾਡੀ ਚੇਂਜ ਹੋਏਗੀ ਕਿ ਸਾਡਾ ਡੋਮ ਉੱਪਰ ਆ ਕੇ ਕੀ ਆ ਰਿਹਾ, ਠੀਕ ਹੈ। ਇਹਦਾ ਮਤਲਬ ਗਰਾਊਂਡ ਫਲੋਰ ਉਸੇ ਤਰ੍ਹਾਂ ਹੈ, ਡੋਮ ਉੱਪਰ ਆ ਕੇ ਉਹ ਆਪਣਾ ਕੁਝ ਵੀ ਹੋ ਸਕਦਾ ਹੈ। ਮੰਨ ਲਓ ਜੇ ਆਪਾਂ ਸੈਮੀ ਸਰਕਲ ਹੀ ਐਗਜ਼ੈਕਟ ਬਣਾ ਲਈਏ, ਜੇ ਸੈਮੀ ਸਰਕਲ ਜੇ ਸੇਮ ਸੈਮੀ ਸਰਕਲ ਹੀ ਆਪਾਂ ਐਗਜ਼ੈਕਟ ਯੂਜ਼ ਕਰੀਏ ਤਾਂ ਇਹ ਜਿਹੜਾ ਹੈ वही आएगा। सो आप ਇਹਨੂੰ ਵੀ ਅਗੇਨ ਕਾਪੀ ਕਰਕੇ, ਠੀਕ ਹੈ। ਇਹ ਚੀਜ਼ਾਂ ਡਿਟੇਲ ਦੀਆਂ ਗੱਲਾਂ ਨੇ ਕਿ ਜੇ ਤੁਸੀਂ ਡਿਟੇਲ ਆਊਟ ਕਰਨਾ ਹੈ ਤਾਂ ਕੀ ਹੋਏਗਾ। ਜੋ ਵੀ ਇਹਦਾ ਸਟਰਕਚਰ ਕੱਲ੍ਹ ਨੂੰ ਬਣ ਕੇ ਆਉਂਦਾ ਹੈ ਉਹ ਆਪਾਂ ਦੇਖਾਂਗੇ, ਠੀਕ ਹੈ। ਇਹਦਾ ਸਿਰਫ ਇਹੀ ਹੈ ਕਿ ਜੇ ਮੰਨ ਲਓ ਜੇ ਆਪਾਂ ਨੂੰ ਸ਼ੋਅ ਹੀ ਕਰਨਾ ਪੈਣਾ ਹੈ ਕਿ ਡੋਮ ਕਿੰਨਾ ਹੈ ਤਾਂ ਕੁਝ ਇਸ ਤਰੀਕੇ ਦਾ ਆ ਸਕਦਾ, ਠੀਕ ਹੈ। ਜੋ ਵੀ ਐਗਜ਼ੈਕਟ ਸਟਰਕਚਰ ਦੀ ਡਰਾਇੰਗ ਕਹਿ ਰਹੀ ਹੋਏਗੀ। ਔਰ ਇਹ ਸਾਡਾ ਸਕੋਪ ਇੰਨਾ ਹੈ ਨਹੀਂ ਵੈਸੇ ਤੁਹਾਡੇ ਪੋਲੀਟੈਕਨਿਕ ਕਾਲਜ ਦੇ ਹਿਸਾਬ ਨਾਲ, ਸੋ ਇਹਨੂੰ ਆਪਾਂ ਇਗਨੋਰ ਕਰਦੇ ਹਾਂ ਫਿਲਹਾਲ। ਸੋ ਇਸੇ ਤਰੀਕੇ ਦੇ ਨਾਲ ਸਾਡਾ ਦੂਸਰਾ ਸੈਕਸ਼ਨ ਵੀ ਕੰਪਲੀਟ ਹੋ ਜਾਂਦਾ ਹੈ। ਦੈਨ ਅਸੀਂ ਗੱਲ ਕਰਦੇ ਹਾਂ ਐਲੀਵੇਸ਼ਨਸ ਦੀ। ਹੁਣ ਆਪਾਂ ਵਾਪਿਸ ਆਪਣਾ UCS ਸਹੀ ਕਰੀਏ, ਅਗੇਨ Z ਐਂਟਰ, ਔਰ ਅਸੀਂ ਜਿਹੜਾ UCS ਹੈ ਉਹ ਘੁਮਾਉਣਾ ਹੈ ਇਸ ਤਰੀਕੇ ਨਾਲ, ਔਰ ਫਿਰ ਦੈਨ ਅਗੇਨ ਪਲਾਨ ਆਪਾਂ ਕਰਾਂਗੇ ਫਰੰਟ UCS ਸੈਂਟਰ। ਸੋ ਇਸ ਤਰੀਕੇ ਦੇ ਨਾਲ ਸਾਡੇ ਕੋਲ ਹੁਣ ਮੈਂ ਲਾਈਨਾਂ ਸਾਰੀਆਂ ਡਿਲੀਟ ਕਰ ਦਿੰਦਾ।
इस तरीके ਦੇ ਨਾਲ ਸਾਡੇ ਕੋਲ ਇੱਥੇ ਸੈਕਸ਼ਨ ਆ ਜਾਏਗਾ ਵਾਪਸ ਜਿੰਨਾ ਸਾਡਾ ਪਹਿਲਾਂ ਸਿਸਟਮ ਸੀਗਾ ਔਰ ਇਸ ਤਰੀਕੇ ਨਾਲ ਇਸ ਪਾਸੇ ਸਾਡੇ ਕੋਲ ਸੈਕਸ਼ਨ ਆ ਜਾਏਗਾ ਜੋ ਵੀ ਆਪਾਂ ਡਰਾ ਕੀਤਾ ਹੋਏਗਾ ਠੀਕ ਹੈ ਹੁਣ ਦੈਨ ਗੱਲ ਕਰੀਏ ਅਸੀਂ ਐਲੀਵੇਸ਼ਨ ਦੀ ਅਗੇਨ ਐਲੀਵੇਸ਼ਨ ਵੀ ਹੁਣ ਇਸੇ ਲੈਵਲਸ ਨੂੰ ਆਪਾਂ ਦੁਬਾਰਾ ਯੂਜ਼ ਕਰ ਸਕਦੇ ਹਾਂ ਠੀਕ ਹੈ ਕਿਉਂਕਿ ਐਲੀਵੇਸ਼ਨ ਦੇ ਲੈਵਲ ਵੀ ਇਹੀ ਹੋਣੇ ਨੇ ਸਾਰੇ ਸੋ ਆਪਾਂ ਕੀ ਕਰਾਂਗੇ ਇਸੇ ਤਰੀਕੇ ਦੇ ਨਾਲ ਇਹਨਾਂ ਲੈਵਲਸ ਨੂੰ ਜੁਆਇਨ ਕਰ ਲਾਂਗੇ ਸਾਰਾ ਔਰ ਅਗੇਨ ਪ੍ਰੋਜੈਕਸ਼ਨਸ ਲਾਵਾਂਗੇ ਸਾਰੀਆਂ ਕਿ ਕਿਸ ਤਰੀਕੇ ਦਾ ਸਿਸਟਮ ਹੋ ਸਕਦਾ ਹੈ ਜ਼ਿਆਦਾ ਬੈਟਰ ਹੈ ਕਿ ਤੁਸੀਂ ਥੋੜਾ ਇਹਨੂੰ ਪਹਿਲਾਂ 3D ਵਿੱਚ ਸੋਚੋ ਕਿ 3D 'ਚ ਤੁਸੀਂ ਬਣਾਉਣਾ ਕੀ ਚਾਹੁੰਦੇ ਹੋ ਦੈਨ ਅਸੀਂ ਇਹ ਪ੍ਰੋਜੈਕਸ਼ਨਸ ਇਹਨੂੰ ਕਿਹੜੀ ਚੀਜ਼ ਕਿੰਨੀ ਹਾਈਟ ਤੱਕ ਲੈ ਕੇ ਜਾਣੀ ਹੈ ਉਹਨੂੰ ਆਪਾਂ ਥੋੜਾ ਜ਼ਿਆਦਾ ਵਧੀਆ ਤਰੀਕੇ ਨਾਲ ਵਿਜ਼ੂਅਲਾਈਜ਼ ਕਰ ਸਕਦੇ ਹਾਂ ਠੀਕ ਹੈ ਸੋ ਇਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਅੱਗੇ ਮੇਰੇ ਕੋਲ ਕਿੱਥੇ ਬਾਉਂਡਰੀ ਵਾਲ ਆ ਰਹੀ ਹੈ ਬਾਉਂਡਰੀ ਵਾਲ ਦੀ ਹਾਈਟ ਕਿੰਨੀ ਹੋਏਗੀ ਮੈਂ ਅਸਿਊਮ ਕਰਦਾ ਕਿ ਮੇਰੀ ਬਾਉਂਡਰੀ ਵਾਲ ਦੀ ਹਾਈਟ ਜਿਹੜੀ ਹੈ ਉਹ ਫਿਨਿਸ਼ ਫਲੋਰ ਲੈਵਲ ਤੋਂ ਸੇ 5 ਫੁੱਟ ਉੱਚੀ ਹੋਏਗੀ ਸੋ ਇਸ ਦਾ ਮਤਲਬ ਹੈ ਜਿਹੜਾ ਇੱਥੇ ਤੱਕ ਤਾਂ ਮੈਨੂੰ ਕੁਝ ਨਹੀਂ ਦਿਖੇਗਾ ਇਸ ਤਰੀਕੇ ਨਾਲ ਦਿਖੇਗਾ ठीक है इतने मेरी बाउंड्री वाल खत्म हो जाएंगी इतने मेरा गेट स्टार्ट होता है और इतने मेरे को कॉलम आ गया बाउंड्री वाल इतने तक दिखेगी फिनिश फ्लोर लेवल में नहीं दिखना कह रहा तो ਜਿਹੜਾ ਸਭ ਤੋਂ ਅੱਗੇ ਹੈ ਸਾਡੇ ਕੋਲ ਬਾਉਂਡਰੀ ਵਾਲ ਕੁਝ ਇਸ ਤਰੀਕੇ ਨਾਲ ਦਿਖੇਗੀ ਸਾਨੂੰ ਠੀਕ ਹੈ ਹੁਣ ਇਹਨੂੰ ਆਪਾਂ ਕੀ ਕਰਾਂਗੇ ਲੈਵਲ 1 ਪਾ ਦਾਂਗੇ ਜਾਂ ਐਲੀਵੇਸ਼ਨ 1 ਕਹ ਲਓ ਸੋ ਦਿਸ ਇਜ਼ ਜੇ ਲੇਅਰ 'ਚ ਆਪਾਂ ਗੱਲ ਕਰੀਏ ਦਿਸ ਇਜ਼ ਐਲੀਵੇਸ਼ਨ 1 ਠੀਕ ਹੈ ਔਰ ਉਸ ਤੋਂ ਬਾਅਦ ਦੇਖੋ ਕਿ ਜਿਹੜਾ ਇਹੀ ਬਾਉਂਡਰੀ ਵਾਲ ਹੈ ਉਸ ਤੋਂ ਬਾਅਦ ਇਹ ਬਾਥਰੂਮ ਦੀ ਦੀਵਾਰ ਉੱਪਰ ਤੱਕ ਇਹੀ ਜਾ ਰਹੀ ਹੈ ਠੀਕ ਹੈ ਸੋ ਇਸ ਦਾ ਮਤਲਬ ਹੈ ਜਿਹੜਾ ਮੇਰਾ ਵਾਲ ਆ ਰਹੀ ਇਸ ਤੋਂ ਬਾਅਦ ਇਸ ਤਰੀਕੇ ਨਾਲ ਉੱਪਰ ਜਾ ਜਾਏਗੀ ਲਾਈਨ ਨਹੀਂ ਆਏਗੀ ਮੈਂ ਲਾਈਨ ਨੂੰ ਟ੍ਰਿਮ ਕਰ ਦਿੰਦਾ ਜੁਆਇਨ ਕਰ ਦਿੰਦਾ ਸੋ ਮੇਰਾ ਜਿਹੜਾ ਫਸਟ ਲੈਵਲ ਹੈ ਉਹ ਇਹ ਵਾਲਾ ਆ ਜਾਏਗਾ ਉਹ ਕਿੰਨਾ ਉੱਪਰ ਤੱਕ ਜਾ ਰਿਹਾ ਹੈ ਮੋਸਟ ਪ੍ਰੋਬਬਲੀ ਇੱਥੇ ਤੱਕ ਜਾ ਰਿਹਾ ਘੱਟੋ ਘੱਟ ਇੱਥੇ ਤੱਕ ਜਾ ਰਿਹਾ ਉਸ ਤੋਂ ਬਾਅਦ ਪੈਰਾਪੀਟ ਦੀ ਜਿਹੜੀ ਹਾਈਟ ਹੈ ਆਪਾਂ ਡਿਸਾਈਡ ਕਰ ਲੈਣੇ ਕਿੰਨੀ ਹੈ ਸੋ ਮੇਰਾ ਜਿਹੜਾ ਸਭ ਤੋਂ ਅੱਗੇ ਵਾਲਾ ਲੈਵਲ ਹੈ ਉਹ ਇਹ ਆ ਜਾਏਗਾ ਠੀਕ ਹੈ ਦੈਨ ਅਸੀਂ ਗੱਲ ਕਰਦੇ ਹਾਂ ਨੈਕਸਟ ਸਾਨੂੰ ਕੀ ਦਿਖ ਰਿਹਾ ਇਹਦੇ ਵਿੱਚ ਅਗੇਨ ਆਪਾਂ ਇਹਨੂੰ ਦੁਬਾਰਾ ਉਹ ਕਰ ਦਿੰਦੇ ਹਾਂ ਤੋਂ ਵਿਊ ਪੋਰਟ ਬਣਾ ਲੈਂਦੇ ਹਾਂ ਔਰ ਉੱਪਰ ਮੇਰਾ ਪਲਾਨ ਆ ਜਾਂਦਾ ਹੈ ਇਹਦੇ ਵਿੱਚ ਕੀ ਹੋ ਰਿਹਾ ਮੈਨੂੰ ਇੱਕ ਡੈਪਥ ਵਿੱਚ ਕੋਈ ਚੀਜ਼ ਦਿਖ ਰਹੀ ਹੈ ਠੀਕ ਹੈ ਸੋ ਆਪਾਂ ਇਹਨੂੰ ਥੋੜਾ ਹਾਈਲਾਈਟ ਕਰਕੇ ਇਹ ਜਿਹੜੀ ਚੀਜ਼ ਹੈ ਡੈਪਥ ਵਿੱਚ ਹੈ ਮੇਰੇ ਕੋਲ ਠੀਕ ਹੈ ਸੋ ਇਹਦੇ ਵਿੱਚ ਵਿੰਡੋ ਆ ਜਾਏਗੀ ਮੇਰੀ ਹੁਣ ਇਹ ਜਿਹੜੀ ਮੇਰੀ ਵਿੰਡੋ ਹੈ कुछ इस तरीके ਨਾਲ ਮਤਲਬ ਦੇਖਣਾ ਪੈਣਾ ਕਿ ਕਿਸ ਲੈਵਲ ਤੇ ਆ ਰਹੀ ਹੈ ਫੋਰ ਐਗਜ਼ਾਮਪਲ ਕੁਝ ਇਸ ਤਰੀਕੇ ਦੀ ਚਲੋ ਆਪਾਂ ਅਸਿਊਮ ਕਰਦੇ ਹਾਂ ਜਿਹੜੀ ਆਪਾਂ ਇਹੀ ਵਿੰਡੋ ਬਣਾਈ ਹੈ ਇਹੀ ਹੈ ਆਪਾਂ ਇਹਨੂੰ ਕਾਪੀ ਪੇਸਟ ਕਰਦੇ ਹਾਂ ਕਾਪੀ ਪੇਸਟ ਕਰਨਾ ਹੈ ਇਹਨੂੰ ਸੇਮ ਲੈਵਲ ਤੋਂ ਕਿਉਂਕਿ ਇਹਦੀ ਜਿਹੜੀ ਟੋਟਲ ਹਾਈਟ ਹੈ ਉਹ ਮੇਰੀ 8.5 ਫੁੱਟ ਹੀ ਰਹਿਣੀ ਹੈ ਸੋ ਇਸ ਤਰੀਕੇ ਦੇ ਨਾਲ ਕੁਝ ਮੇਰੇ ਕੋਲ ਵਿੰਡੋ ਆਏਗੀ ਜੇ ਐਗਜ਼ੈਕਟਲੀ ਦੇਖਿਆ ਜਾਵੇ ਤਾਂ ਪੂਰੀ ਸਾਈਜ਼ ਦੀ ਹੈ ਤੇ ਇਸ ਤਰੀਕੇ ਨਾਲ ਆਏਗੀ ਅਗਰ ਮੈਂ ਸੇਮ ਵਿੰਡੋ ਹੀ ਬਣਾਉਣਾ ਹੈ ਇੱਥੇ ठीक है सो कुछ इस तरीके की विंडो आएगी ਹੁਣ ਦੇਖੋ ਚੀਜ਼ ਮੇਰੇ ਕੋ ਨਹੀਂ ਦਿਖ ਰਿਹਾ ਹੈਗਾ ਦੈਨ ਆਈ ਕੈਨ ਡੂ ਕਿ ਆਪਾਂ ਇੱਕ ਪੋਲੀਲਾਈਨ ਬਣਾਈਏ ਇਸ ਤਰੀਕੇ ਨਾਲ ਔਰ ਲਾਸਟ ਵਿੱਚ ਇਹਨੂੰ ਸੀ ਐਂਟਰ ਕਰ ਦਈਏ ਕਲੋਜ਼ ਕਰ ਦਈਏ ਦੈਨ ਇਹਨੂੰ ਮੈਂ ਵਾਈਪ ਆਊਟ ਕਮਾਂਡ ਚਲਾਉਣਾ और पी एंटर कर दें देन इस तरीके ਨਾਲ यस कर दें
ਸੋ ਇਦਾਂ ਕੀ ਹੋਏਗਾ, ਹੁਣ ਵਿੰਡੋ ਤਾਂ ਮੇਰੀ ਪੂਰੀ ਬਣੀ ਹੋਈ ਹੈ, ਪਰ ਮੈਨੂੰ ਦਿਖ ਐਲੀਵੇਸ਼ਨ ਜੋ ਚਾਹੀਦਾ ਉਹ ਇਸ ਤਰੀਕੇ ਨਾਲ ਦਿਖ ਰਿਹਾ। ਠੀਕ ਹੈ, ਇਹ ਤਰੀਕਾ ਇੱਕ ਹੈਗਾ। ਠੀਕ ਹੈ, ਦੂਸਰਾ ਤਰੀਕਾ ਕੀ ਹੈ ਕਿ ਮੈਂ ਕੋਈ ਪੋਲੀਲਾਈਨ ਨਹੀਂ ਬਣਾਉਣਾ, ਮੈਂ ਕੀ ਕਰਦਾ, ਮੈਨੂੰ ਟ੍ਰਿਮ ਕਰ ਦਿੰਦਾ। ਠੀਕ ਹੈ, ਇਹ ਥੋੜਾ ਸੌਖਾ ਤਰੀਕਾ ਹੈ, ਬਟ ਜੇ ਮੰਨ ਲਓ ਕੱਲ ਨੂੰ ਮੇਰੀ ਮੰਨ ਲਓ ਬਾਉਂਡਰੀ ਵਾਲ ਦੀ ਹਾਈਟ ਮੈਂ ਡਿਸਾਈਡ ਕਰਦਾ ਉਹ ਚੇਂਜ ਹੋ ਜਾਂਦੀ ਹੈ ਮੰਨ ਲਓ, ਤੇ ਉਹ ਮੇਰਾ ਐਲੀਵੇਸ਼ਨ 'ਚ ਗੜਬੜ ਹੋ ਸਕਦੀ ਹੈ। ਸੋ ਬੈਟਰ ਹੈ ਜੇ ਆਪਾਂ ਵਾਈਪ ਆਊਟ ਕਮਾਂਡ ਯੂਜ਼ ਕਰਕੇ ਆਪਾਂ ਇਹ ਚੀਜ਼ਾਂ ਕਰੀਏ ਤਾਂ ਕੱਲ ਨੂੰ ਮੇਰੀ ਜੋ ਵੀ ਐਡੀਸ਼ਨ ਆਲਟਰੇਸ਼ਨ ਉਹ ਥੋੜੀ ਈਜ਼ੀ ਹੋ ਜਾਏਗੀ। ਠੀਕ ਹੈ, ਦੈਨ ਉਸ ਤੋਂ ਬਾਅਦ ਮੇਰੇ ਕੋਲ ਫਲੈਟ ਸਰਫੇਸ ਹੈਗਾ, ਇਹ ਵੀ ਮੇਰਾ ਫਲੈਟ ਸਰਫੇਸ ਉੱਪਰ ਆ ਕੇ ਟੈਰਸ ਬਣ ਰਿਹਾ ਇੱਥੇ। ਸੋ ਇਹਦਾ ਮਤਲਬ ਇਹ ਮੇਰਾ ਜਿਹੜਾ ਫਲੈਟ ਸਰਫੇਸ ਹੈ ਉਹ ਮੇਰਾ ਇੱਥੇ ਕਿਤੇ ਤੱਕ ਹੀ ਰਹਿ ਰਿਹਾ। ਮੈਂ ਪੈਰਾਪਿਟ ਲੈਵਲ ਨਹੀਂ ਡਿਸਾਈਡ ਕਰ ਰਿਹਾ ਫਿਲਹਾਲ, ਮੈਂ ਸਿਰਫ ਤੁਹਾਨੂੰ ਲੈਵਲਸ ਦੱਸਣ ਦੀ ਕੋਸ਼ਿਸ਼ ਕਰ ਰਿਹਾ ਫਿਲਹਾਲ। ਠੀਕ ਹੈ, ਇਹ ਵੀ ਮੇਰੀ ਦੋਨੋਂ ਲਾਈਨਾਂ ਮੈਨੂੰ ਚਾਹੀਦੀਆਂ ਨੇ ਉਸ ਤੋਂ ਬਾਅਦ, ਬਟ ਇਹ ਮੇਰੇ ਥੋੜਾ ਐਲੀਵੇਸ਼ਨ ਜਿਹੜਾ ਲੈਵਲ ਹੈ ਉਹ ਪਿੱਛੇ ਚੱਲ ਜਾਏਗਾ। ਠੀਕ ਹੈ, ਇਹ ਵੀ ਮੈਨੂੰ ਜਿਹੜੀਆਂ ਦੋ ਲਾਈਨਾਂ ਹੈ ਇਹ ਵੀ ਮੇਰੀਆਂ ਐਲੀਵੇਸ਼ਨ ਲੈਵਲ ਪਿੱਛੇ ਚਲਾ ਗਿਆ, ਐਲੀਵੇਸ਼ਨ ਮੈਂ ਟੂਲ 'ਚ ਪਾ ਦਿੱਤਾ ਔਰ ਹੁਣ ਮੇਰੇ ਕੋਲ ਆ ਪੈਰਾਪਿਟ ਆ ਗਿਆ। ठीक है, मैं ऐसे पैरापिट भी से 2 फीट ऊपर करदा। ये सारा एज पर तुहाडा डिज़ाइन होएगा, मैं सिर्फ असम्पशंस कर रहा सारियां। और उस तो बाद मैं चाहना कि इहदे उत्ते जेहड़ी रेलिंग है मेरी वो ग्लास दी होवे, से मैं 18 इंच की रेलिंग दे देना होर इस तरीके नाल। सो मैं इहनूं लेयर चेंज कर देना, ਇਹਦੀ एलिवेशन 2 ही पा देना, लेवल 2 ही पा देना ਇਹਨੂੰ। ਸੋ ਇਸ ਤਰੀਕੇ ਦੇ ਨਾਲ ਆਪਾਂ ਚੀਜ਼ਾਂ ਡਿਸਾਈਡ ਕਰਦੇ ਜਾਵਾਂਗੇ ਅੱਗੇ ਤੋਂ ਅੱਗੇ, ਔਰ ਸਾਡੀ ਐਲੀਵੇਸ਼ਨ ਅੱਗੇ ਤੋਂ ਅੱਗੇ ਬਣਦੀ ਜਾਏਗੀ। ਠੀਕ ਹੈ, ਹੁਣ ਦੇਖੋ ਆ ਜਿਹੜੀ ਆ ਲਾਈਨ ਮੈਂ ਅੱਗੇ ਲਗਾਈ ਹੋਈ ਹੈ ਦੀਵਾਰ ਦੀ, ਇਹ ਮੈਨੂੰ ਇਸੇ ਤਰੀਕੇ ਨਾਲ ਦਿਖੇਗੀ ਅੱਗੇ। ਠੀਕ ਹੈ, ਔਰ ਇਸ ਪਾਸੇ ਆਓ ਤਾਂ ਅੱਛਾ ਇਸ ਪਾਸੇ ਕਾਲਮ ਦਾ ਸਾਈਜ਼, ਹਾਂ ਉਸ ਪਾਸੇ ਕਾਲਮ ਸਾਨੂੰ ਦਿਖੇਗਾ ਇਹ ਵਾਲਾ। ਠੀਕ ਹੈ, ਸੋ ਇਹ ਮੇਰਾ ਕਨਫਰਮਡ ਹੈ ਕਿ ਇਹ ਚੀਜ਼ਾਂ ਇੱਦਾਂ ਹੀ ਹੋ ਗਈ, ਮੇਰੀ ਇੰਨੀ ਐਲੀਵੇਸ਼ਨ ਆਲਮੋਸਟ ਕੰਪਲੀਟ ਹੋ ਗਈ ਹੈ। ਇਸ ਜਗ੍ਹਾ ਤੇ ਮੇਰੇ ਕੋਲ ਕੋਈ ਵਿੰਡੋ ਫਿਲਹਾਲ ਨਹੀਂ ਹੈ, ਸੋ ਇਹ ਮੇਰਾ ਇੱਦਾਂ ਪਲੇਨ ਰਹਿ ਜਾਏਗਾ ਸਾਰਾ। ਠੀਕ ਹੈ, ਇਨਫੈਕਟ ਇਸ ਲੈਵਲ ਦੀ ਗੱਲ ਹੋ ਰਹੀ ਹੈ, ਜੇ ਆਪਾਂ ਇਸ ਤੋਂ ਨੀਚੇ ਵਾਲੇ ਫਲੋਰ ਦੀ ਗੱਲ ਕਰੀਏ ਤਾਂ ਉਸ ਲੈਵਲ ਉੱਥੇ ਵੀ ਕੁਝ ਨਹੀਂ ਹੈਗਾ। ਸੋ ਇਸੇ ਤਰ੍ਹਾਂ ਇਹ ਮੇਰਾ ਪਲੇਨ ਸਰਫੇਸ ਰਹਿ ਜਾਏਗਾ। ਸੋ ਇਸੇ ਤਰੀਕੇ ਨਾਲ ਆਪਾਂ ਉੱਪਰ ਆਉਂਦੇ ਆਉਂਦੇ ਡਿਸਾਈਡ ਕਰਦੇ ਰਹਾਂਗੇ ਸਾਡੀ ਐਲੀਵੇਸ਼ਨ ਜੋ ਵੀ ਅਸੀਂ ਸੋਚਿਆ ਹੋਇਆ ਵਿਜ਼ੂਅਲਾਈਜ਼ ਕੀਤਾ ਹੋਇਆ ਉਹ ਆਪਾਂ ਅਚੀਵ ਕਰ ਸਕਦੇ ਹਾਂ। ਠੀਕ ਹੈ, ਆਈ ਥਿੰਕ ਅੱਜ ਦੇ ਲਈ ਆਪਾਂ ਇੰਨਾ ਹੀ ਕਰੀਏ ਤਾਂ ਮੋਰ ਦੈਨ ਇਨਫ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਦੈਨ ਪੈਰਾਪਿਟ ਵੀ ਡਿਸਾਈਡ ਕਰਨੇ ਹੋਣ ਤੇ ਆਪਾਂ ਦੈਨ ਇਸ ਤੋਂ ਬਾਅਦ ਚ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਇਹਨੂੰ 3 ਫੁੱਟ ਉੱਪਰ ਰੱਖਣਾ ਹੈ, 4 ਫੁੱਟ ਉੱਚਾ ਰੱਖਣਾ ਹੈ, ਜੋ ਵੀ ਤੁਹਾਡਾ ਸਾਈਜ਼ ਹੈਗਾ, ਜੋ ਵੀ ਤੁਹਾਡਾ ਵਿਜ਼ਨ ਹੈਗੀ ਹੈ ਉਸ ਹਿਸਾਬ ਨਾਲ ਇਹਨੂੰ ਡਿਸਾਈਡ ਕਰ ਸਕਦੇ। ਠੀਕ ਹੈ, ਸੋ ਆਪਾਂ ਇੱਥੇ ਫਿਲਹਾਲ ਇਹਨੂੰ ਇੰਨਾ ਹੀ ਖਤਮ ਕਰਦੇ ਹਾਂ ਜੀ ਡੇਟ ਦੇ ਵਿੱਚ, ਬਾਕੀ ਨੈਕਸਟ ਕਲਾਸ ਵਿੱਚ ਆਪਾਂ ਦੇਖਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਸਾਰਾ AutoCAD ਦਾ ਪਾਰਟ ਵੀ, ਕਿ ਆਪਾਂ AutoCAD ਨੂੰ ਕਿਸ ਤਰੀਕੇ ਨਾਲ ਸਮਾਰਟਲੀ ਯੂਜ਼ ਕਰਨਾ ਹੈ ਔਰ ਆਪਣੇ ਪ੍ਰੋਡਕਟਸ ਜਿਹੜੇ ਆ ਵਰਕਿੰਗ ਡਰਾਇੰਗ ਦੇ ਆਪਾਂ ਕਿਸ ਤਰੀਕੇ ਨਾਲ ਇਹਦੇ ਵਿੱਚੋਂ ਕੱਢਣੇ ਆ ਇਨ ਈਜ਼ੀਐਸਟ ਵੇ ਪੋਸੀਬਲ। ਜਿੱਦਾਂ ਜਿੱਦਾਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਇਹ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਆਪਣੇ ਆਪ ਆਉਂਦੀਆਂ ਜਾਣਗੀਆਂ।